ਹੈਲੋ ਦੋਸਤੋ, ਅੱਜ ਦੇ ਸੈਸ਼ਨ ਦੇ ਵਿੱਚ ਤੁਹਾਡਾ ਵੈਲਕਮ ਆ। ਪਿਛਲੇ ਕੁਝ ਦਿਨਾਂ ਤੋਂ ਆਪਾਂ ਤੁਹਾਡੀ ਕਲਾਸ ਨਹੀਂ ਲੈ ਪਾਏ, ਉਹਦੀ ਇੱਕ ਵਜ੍ਹਾ ਸੀ ਵੀ ਆਪਾਂ ਕੀ ਕਹਿੰਦੇ ਸੈਸ਼ਨ ਨੂੰ ਵਧੀਆ ਤਰੀਕੇ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਆਪਾਂ ਅੱਜ ਤੋਂ ਆਪਾਂ ਜਿਹੜੇ ਨੋਟਸ ਆ ਉਹ ਖੁਦ ਤੁਹਾਨੂੰ ਬਣਵਾਇਆ ਕਰਾਂਗੇ, ਠੀਕ ਹੈ। ਅਤੇ ਸੈਸ਼ਨ ਨੂੰ ਦੱਬ ਕੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਆ ਕਰੋ। ਅੱਗੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਲਾਸ ਦੇ ਵਿੱਚ ਰੈਗੂਲਰ ਕਲਾਸ ਲੱਗੇ, ਤੁਹਾਡੀ ਕੋਈ ਗੈਪ ਨਾ ਪਵੇ। ਅਤੇ ਸੈਸ਼ਨ ਨੂੰ ਦੱਬ ਕੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਸਾਡੇ ਜਿਹੜਾ ਚੈਨਲ ਹੈ ਉਹਦਾ ਨਾਮ ਹੈ ਸਾਹਿਬ ਸਟੱਡੀ ਸਪੋਰਟ, ਠੀਕ ਹੈ। ਇਹ ਆਪਣਾ ਚੈਨਲ ਹੈ। ਸੋ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਾਂਗੇ। ਆਪਾਂ ਇੰਪੋਰਟੈਂਟ ਟੌਪਿਕ ਦੇ ਬਾਰੇ ਗੱਲ ਕਰਾਂਗੇ, ਕਿਉਂਕਿ ਆਪਾਂ ਜਿੰਨਾ ਹੋ ਸਕਦਾ ਆਪਾਂ ਜਿਹੜਾ ਇੰਪੋਰਟੈਂਟ ਪੇਪਰ ਦੇ ਵਿੱਚ ਆਉਂਦਾ ਹੈਗਾ ਉਹੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਕਿਉਂਕਿ ਗੁਰੂ ਸਾਹਿਬ ਬਾਰੇ ਤਾਂ ਬਹੁਤ ਕੁਛ ਹੈ ਦੱਸਣ ਦੇ ਲਈ, ਆਪਾਂ ਸਿਰਫ ਉਹਨਾਂ ਹੀ ਪੜ੍ਹਨਾ ਹੈਗਾ ਜਿੰਨਾ ਆਪਾਂ ਨੂੰ ਐਗਜ਼ਾਮ ਦੇ ਵਿੱਚ ਜ਼ਰੂਰੀ ਹੈ, ਠੀਕ ਹੈ। ਸੋ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਸੈਸ਼ਨ ਨੂੰ ਦੱਬ ਕੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਤੋ ਅੱਜ ਦੇ ਸੈਸ਼ਨ ਤੋਂ ਸ਼ੁਰੂਆਤ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ। ਪਹਿਲਾਂ ਤਾਂ ਆਪਾਂ ਦੇਖ ਲਈਏ ਵੀ ਉਹਨਾਂ ਦਾ ਬਰਥ ਕਦੋਂ ਹੋਇਆ ਸੀ। ਠੀਕ ਹੈ। ਬਰਥ ਉਹਨਾਂ ਦਾ ਹੋਇਆ ਸੀਗਾ 22 ਦਸੰਬਰ 1666 ਇਸ ਵਿੱਚ ਪਟਨਾ ਬਿਹਾਰ ਦੇ ਵਿੱਚ, ਠੀਕ ਹੈ। ਪਟਨਾ ਸਾਹਿਬ ਆ ਜਿਹੜਾ ਉਹ ਬਿਹਾਰ ਦੇ ਵਿੱਚ ਹੈ। ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ? ਗੁਰੂ ਤੇਗ ਬਹਾਦਰ, ਸਾਰਿਆਂ ਨੂੰ ਪਤਾ ਹੀ ਹੋਣਾ। ਉਹਨਾਂ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਜੀ, ਠੀਕ ਹੈ। ਜਿਹੜੀ ਉਹਨਾਂ ਦੀ ਵਾਈਫ ਸੀਗੀ ਮਾਤਾ ਜੀਤੋ, ਪਹਿਲੀ ਜਿਹੜੀ ਉਹਨਾਂ ਦੀ ਪਤਨੀ ਸੀ, 3 ਵਿਆਹ ਹੋਏ ਸੀ ਗੁਰੂ ਜੀ ਦੇ। ਪਹਿਲੀ ਜਿਹੜੀ ਵਾਈਫ ਸੀ ਉਹਨਾਂ ਦੀ ਮਾਤਾ ਜੀਤੋ ਸੀਗੀ, ਜੋ ਕਿ ਭਾਈ ਹਰਜਸ ਦੀ ਬੇਟੀ ਸੀ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਵਾਈਫ ਸੀ ਜਿਹੜੀ ਉਹਨਾਂ ਦੀ, ਉਹ ਮਾਤਾ ਸੁੰਦਰੀ ਸੀ, ਠੀਕ ਹੈ। ਜਿਹੜੀ ਥਰਡ ਵਾਈਫ ਸੀ ਉਹਨਾਂ ਦੀ ਉਹ ਮਾਤਾ ਸਾਹਿਬ ਕੌਰ, ਠੀਕ ਹੈ। 4 ਸਾਹਿਬਜ਼ਾਦੇ ਸੀ ਉਹਨਾਂ ਦੇ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਠੀਕ ਹੈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਭ ਤੋਂ ਛੋਟਾ ਸੀਗਾ ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ।
उस तो बाद अपने गुरु साहब की रचनावां देख लेने। पहली सीगी वार श्री भगवती जी की। ਜਿਹੜੀ कि सब तो इंपॉर्टेंट है, एग्जाम ਦੇ ਵਿੱਚ ਪੁੱਛੀ ਜਾਂਦੀ ਆ। 1684 ਦੇ ਵਿੱਚ ਉਹਨਾਂ ਨੇ ਲਿਖੀ ਸੀ। ठीक है, फिर से ये अकाल उस्तत, चौबीस अवतार, खालसे दी महिमा, चंडी दी वार, जाप साहब, ये भी बहुत इंपॉर्टेंट है। बचित्र नाटक, जफरनामा, औरंगजेब ने लिखा सीगा। जिहड़ी बचित्र नाटक आ ये इन्हां दी सवे जीवनी सीगी। ठीक है, उस तो बाद आप जफरनामे की गल करते हैं। जफरनामा सीगा जिहड़ा ये अरबी भाषा का शब्द है। इहनूं की कहंदे आ, जित दी चिट्ठी भी कहा जाता। ठीक है, 1705 ਨੂੰ गुरु साहब सी जिहड़े दीना कांगड़ चले गए सी। उत्थे जाके इन्होंने जफरनामा लिखा सीगा अरबी भाषा दे विच। किहनूं लिखा सी? औरंगजेब नूं। ठीक है, तो जिहड़ा इन्हां दा जफरनामा सीगा औरंगजेब तक पहुंचाया किहने सीगा? भाई दया सिंह ते भाई धर्म सिंह ने। ठीक है, उस तो बाद आ जाता दसम ग्रंथ। जिहड़ा कि 18 बाणियां दा संग्रह है। ठीक है, ये लिखा किने सीगा दसम ग्रंथ? भाई मनी सिंह ने लिखा सी।
ਇੱਥੇ ਲਿਖਿਆ ਸੀ ਦਮਦਮਾ ਸਾਹਿਬ, ਜਿਹੜਾ ਕਿ ਇਹ ਕਿੱਥੇ ਆ, ਤਲਵੰਡੀ ਸਾਬੋ ਵਿਖੇ। ਠੀਕ ਹੈ। ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਿਆ ਸੀ? ਗੁਰਦੁਆਰਾ ਲਿਖਣ ਸੱਸਾ। ਜਿੱਥੇ ਕਿਤੇ ਸਮਝ ਨਾ ਆਇਆ ਤੁਸੀਂ ਮੈਨੂੰ ਦੱਸ ਸਕਦੇ ਹੋ, ਆਪਾਂ ਤੁਹਾਨੂੰ PDF ਪ੍ਰੋਵਾਈਡ ਕਰਵਾ ਦਾਂਗੇ। ਠੀਕ ਹੈ। ਜਿਹੜੀ ਬਾਣੀ ਸੀ ਆਪਣੀ, ਉਹ 4 ਭਾਸ਼ਾਵਾਂ ਦੇ ਵਿੱਚ ਲਿਖੀ ਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫਾਰਸੀ। ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਸਾਹਿਬ ਨੇ ਕਿੱਥੋਂ ਕਿੱਥੋਂ ਸਿੱਖੀ ਸੀਗੀ। ਜਿਹੜੀ ਸੰਸਕ੍ਰਿਤ ਸੀਗੀ ਉਹਨਾਂ ਨੇ ਪੰਡਿਤ ਹਰਜਸ ਤੋਂ ਸਿੱਖੀ ਸੀ। ਜਿਹੜੀ ਗੁਰਮੁਖੀ ਸੀਗੀ ਮਤੀਦਾਸ ਤੇ ਸਾਹਿਬ ਚੰਦ। ਠੀਕ ਹੈ। ਜਿਹੜੀ ਫਾਰਸੀ ਭਾਸ਼ਾ ਸੀਗੀ ਕਿਤੋਂ ਸਿੱਖੀ ਸੀ ਉਹਨਾਂ ਨੇ? ਕਾਜ਼ੀ ਪੀਰ ਮੁਹੰਮਦ ਤੋਂ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਦਿ ਗ੍ਰੰਥ ਸੀਗਾ ਉਹਦੇ 'ਚ ਅੰਗ ਕਿੰਨੇ ਸੀਗੇ? 1430। ਧੁਨੀਆਂ ਕਿੰਨੀਆਂ? 9। ਰਾਗ 31 ਨੇ ਤੇ ਸ਼ਬਦ 5894। ਠੀਕ ਹੈ। ਜਿਹੜਾ ਆਦਿ ਗ੍ਰੰਥ ਸੀਗਾ 1708 ਦੇ ਵਿੱਚ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਸੀ। ਠੀਕ ਹੈ। ਜਿਹੜੇ ਪਹਿਲੇ ਗੁਰੂ ਸੀਗੇ ਉਹਨਾਂ ਦੇ 974 ਸ਼ਬਦ ਹੈਗੇ ਇਹਦੇ ਵਿੱਚ ਬਾਣੀ 'ਚ। ਦੂਜੇ ਗੁਰੂ ਸੀ 62। ਤੀਜੇ ਗੁਰੂਆਂ ਦੇ 907। ਚੌਥੇ ਗੁਰੂ ਦੇ 679। ਪੰਜਵੇਂ ਗੁਰੂ ਦੇ 1216 ਤੋਂ ਲੈ ਕੇ 1218 ਤੱਕ 2218 ਸੌਰੀ। ਜਿਹੜੇ 9ਵੇਂ ਗੁਰੂ ਸੀ ਉਹਨਾਂ ਦੇ 116। ਠੀਕ ਹੈ। ਇਹਨੂੰ ਮਿਲ ਕੇ ਜਿਹੜਾ ਬਣਿਆ ਸੀਗਾ 10ਵਾਂ ਗ੍ਰੰਥ ਬਣਿਆ ਸੀਗਾ। ਠੀਕ ਹੈ। ਜਿਹੜਾ ਕਿ ਭਾਈ ਮਨੀ ਸਿੰਘ ਨੇ ਲਿਖਿਆ ਸੀਗਾ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ। ਠੀਕ ਹੈ। ਉਸ ਤੋਂ ਬਾਅਦ ਪਾਉਂਟਾ ਸਾਹਿਬ ਦੀ ਸਥਾਪਨਾ ਯਮੁਨਾ ਨਦੀ ਦੇ ਕਿਨਾਰੇ ਹੋਈ ਸੀ। ਠੀਕ ਹੈ। ਬਵੰਜਾ ਕਵੀ ਸੀ ਇਹਦੇ 'ਚ। ਠੀਕ ਹੈ।
ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਹੋਈ ਸੀ। ਕਦੋਂ ਹੋਈ ਸੀ? 30 ਮਾਰਚ 1699। ਜਿਹੜਾ ਕਿਲਾ ਕੇਸਗੜ੍ਹ ਸਾਹਿਬ ਆ ਉਹ ਆਨੰਦਪੁਰ ਸਾਹਿਬ ਵਿਖੇ ਆ। ਠੀਕ ਹੈ। ਖਾਲਸਾ ਪੰਥ ਦੀ ਸਾਜਨਾ ਹੋਈ ਸੀ ਤਲਵੰਡੀ ਸਾਬੋ ਵਿਖੇ। ਉੱਥੇ ਕੀ ਕਹਿੰਦੇ ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ। ਠੀਕ ਹੈ। ਦੇਖ ਲੈਂਦੇ ਹਾਂ। ਭਾਈ ਦਇਆ ਸਿੰਘ ਪਹਿਲੇ ਸੀਗੇ। ਇਹ ਲਾਹੌਰ ਦੇ ਖੱਤਰੀ ਸੀਗੇ। ਦੂਸਰੇ ਭਾਈ ਧਰਮ ਸਿੰਘ। ਇਹ ਦਿੱਲੀ ਦਾ ਜੱਟ ਸੀਗਾ। ਤੀਜੇ ਭਾਈ ਮੋਹਕਮ ਸਿੰਘ। ਇਹ ਗੁਜਰਾਤ ਦੇ ਦਵਾਰਕਾ ਚ ਜਿਹੜੇ ਭਾਈ ਮੋਹਕਮ ਸਿੰਘ ਸੀਗੇ ਉਹ ਗੁਜਰਾਤ ਦੇ ਦਵਾਰਕਾ 'ਚ ਰੰਗਾਈ ਛਪਾਈ ਦਾ ਕੰਮ ਕਰਦੇ ਸੀ। ਚੌਥੇ ਸੀਗੇ ਭਾਈ ਸਾਹਿਬ ਸਿੰਘ। ਕਰਨਾਟਕਾ ਦੇ ਸੀਗੇ। ਜਿਹੜੇ ਪੰਜਵੇਂ ਸੀ ਭਾਈ ਹਿੰਮਤ ਸਿੰਘ। ਇਹ ਉੜੀਸਾ ਦੇ। ਜਗਨਨਾਥ ਦੇ ਹਿੰਮਤ ਰਾਏ ਸੀਗੇ। ਠੀਕ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹੜੀ ਲੜਾਈਆਂ ਲੜੀਆਂ? ਇਹਨਾਂ ਨੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਪ੍ਰੀ ਖਾਲਸਾ ਬੈਟਲ, ਪੋਸਟ ਖਾਲਸਾ ਬੈਟਲ। ਜਿਹੜੀ ਪ੍ਰੀ ਸੀ ਉਹ 1675 ਤੋਂ 1699। ਜਿਹੜੀ 1699 ਤੋਂ ਬਾਅਦ ਸੀ 1708 ਤੱਕ। ਠੀਕ ਹੈ। ਪਹਿਲੀ ਸੀ ਭੰਗਾਣੀ ਦਾ ਯੁੱਧ। ਕਦੋਂ ਹੋਇਆ ਸੀ? 1688 ਇਸ ਵਿੱਚ। ਪਹਾੜੀ ਰਾਜੇ ਭੀਮ ਚੰਦ ਨਾਲ। ਠੀਕ ਹੈ।
ਸੈਕਿੰਡ ਹੋਇਆ ਸੀ ਨਾਦੌੜ ਦਾ ਯੁੱਧ। ਇਹ 1690 ਚ ਹੋਇਆ ਸੀ। ਆਸਿਫ ਖਾਨ, ਠੀਕ ਹੈ। ਇਹਦੇ ਚ ਪਹਾੜੀ ਰਾਜਿਆਂ ਨੇ ਗੁਰੂ ਦਾ ਸਾਥ ਦਿੱਤਾ ਸੀ। पोस्ट खालसा बैटल देख लेने आप। आनंदपुर का पहला युद्ध होया सी 1721 ईस्वी दे विच। सैकेंड बासोली ते निर्मोह 1702 दे विच। तीजा आनंदपुर साहब का दूजा युद्ध होया सी 1704। चमकौर की लड़ाई हुई सी 1704। उस बाद खिदराने की लड़ाई हुई सी 1705 ईस्वी। ठीक है, ये बैटल हुई सी। गुरुद्वारा चरण कमल साहब बारे पुछ लेंदे तुहानू कित्थे है? माछीवाड़ा दे जंगलों च। ठीक है, उस तो बाद जी चमकौर साहब की लड़ाई हुई सी 1704 दे विच। उहदे विच कौन कौन शहीद होया सीगा? साहिबजादा अजीत सिंह ते जुझार सिंह, गुरु जी दे जिहड़े बड़े साहिबजादे सीगे। उन्हां दे नाल 3 प्यारे भी शहीद होए सीगे। भाई मोहकम सिंह, भाई हिम्मत सिंह, भाई साहब सिंह। ठीक है, जिथे साहिबजादे शहीद होए सीगे उन्हां दे शहीदी तो बाद गुरुद्वारा जिहड़ा बने सी कतलगढ़ साहब बने सी। एक कहते जिथे छोटे साहिबजादे बड़े साहिबजादे शहीद होए सीगे उत्थे जिहड़ा कतलगढ़ साहब बनाया गया। ठीक है, उस तो बाद जिहड़ी खिदराने की लड़ाई हुई सीगी सतारह सौ 5 ईस्वी हुई सी। ये आनंदपुर साहब की दूजी लड़ाई सी। जिहदे विच 40 सिखां ने गुरु साहब का साथ छड्डता सी।
ਜਿਹੜੇ 40 ਸਿੱਖ ਸੀਗੇ ਉਹਨਾਂ ਦਾ ਨੇਤਾ ਕੌਣ ਸੀਗਾ? ਭਾਈ ਮਹਾਂ ਸਿੰਘ ਸੀ। ਠੀਕ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਾਰਗ ਸੀ ਜਿਹੜਾ 1973 ਦੇ ਵਿੱਚ ਬਣਿਆ ਸੀਗਾ। ਇਹਦੀ ਸਟਾਰਟਿੰਗ ਕਿੱਥੋਂ ਹੁੰਦੀ ਸੀਗੀ? ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ। ਕੇਸਗੜ੍ਹ ਸਾਹਿਬ ਕਿੱਥੇ ਹੈ? ਆਨੰਦਪੁਰ ਸਾਹਿਬ ਦੇ ਵਿੱਚ। ਤੇ ਐਂਡ ਕਿੱਥੇ ਜਾ ਕੇ ਹੋਇਆ ਸੀ ਇਹ? ਤਖਤ ਸ਼੍ਰੀ ਦਮਦਮਾ ਸਾਹਿਬ, ਜਿਹੜਾ ਕਿ ਤਲਵੰਡੀ ਸਾਬੋ ਵਿਖੇ। ਇਹ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈਗਾ, ਇਹ 91 ਧਾਰਮਿਕ ਸਥਾਨ ਕਵਰ ਕਰਦਾ। ਦੋ 222 ਪਿੰਡ ਆ ਜਾਂਦੇ। ਠੀਕ ਹੈ। ਇਹ ਜਿਹੜੀ ਉਹਨਾਂ ਦੀ ਯਾਤਰਾ ਸੀਗੀ ਦਸ ਅਪ੍ਰੈਲ 1973 ਤੋਂ 13 ਅਪ੍ਰੈਲ 1973 ਤੱਕ ਸੀ। ਠੀਕ ਹੈ। 3 ਦਿਨ ਦੀ ਯਾਤਰਾ ਸੀ ਇਹਨਾਂ ਦੀ। ਇੱਥੇ ਆਪਾਂ ਐਂਡ ਕਰਦੇ ਹਾਂ। ਥੋੜਾ ਆਪਾਂ ਰਿਵਿਊ ਲੈ ਲੈਂਦੇ ਹਾਂ ਕੀ ਸਟੱਡੀ ਕੀਤਾ ਆਪਾਂ ਨੇ। ਗੁਰੂ ਸਾਹਿਬ ਬਾਰੇ ਦੇਖਿਆ ਆਪਾਂ ਨੇ। ਇੱਥੇ ਤੁਹਾਨੂੰ ਇੱਕ ਗੱਲ ਦੱਸਣੀ ਰਹਿ ਗਈ ਸੀਗੀ, ਗੁਰੂ ਸਾਹਿਬ ਨੇ 9 ਸਾਲ ਦੀ ਏਜ ਦੇ ਵਿੱਚ ਜਿਹੜੀ ਗੱਦੀ ਤੇ ਬੈਠੇ ਸੀ ਉਹ 1675 ਤੋਂ ਲੈ ਕੇ 1708 ਦੇ ਵਿੱਚ। ਠੀਕ ਹੈ। 9 ਸਾਲ ਦੀ ਉਮਰ ਦੇ ਵਿੱਚ ਹੀ ਉਹ ਗੱਦੀ ਤੇ ਬੈਠ ਗਏ ਸੀਗੇ, ਕਿਉਂਕਿ ਉਹਨਾਂ ਦੇ ਪਿਤਾ ਸੀਗੇ ਜਿਹੜੇ ਗੁਰੂ ਤੇਗ ਬਹਾਦਰ ਸੀਗੇ, ਉਹ ਸ਼ਹੀਦ ਹੋ ਗਏ ਸੀਗੇ। ਠੀਕ ਹੈ। ਤੁਹਾਨੂੰ ਗੁਰੂ ਸਾਹਿਬ ਦੀਆਂ ਪਤਨੀਆਂ ਬਾਰੇ ਪੁੱਛ ਲੈਂਦੇ ਆ ਵੀ ਕਿਹੜੀ ਉਹਨਾਂ ਦੀ ਪਹਿਲੀ ਪਤਨੀ ਸੀ, ਕਿਹੜੀ ਤੀਜੀ ਪਤਨੀ ਸੀ। ਠੀਕ ਹੈ। ਸਾਹਿਬਜ਼ਾਦਿਆਂ ਬਾਰੇ ਪੁੱਛਿਆ ਜਾਂਦਾ, ਉਹਨਾਂ ਦੀ ਰਚਨਾਵਾਂ ਆ ਜਾਂਦੀਆਂ ਐਗਜ਼ਾਮ ਦੇ ਵਿੱਚ। ਜ਼ਿਆਦਾਤਰ ਇਹ ਪੁੱਛੀਆਂ ਜਾਂਦੀਆਂ ਜਫਰਨਾਮਾ, ਬਚਿੱਤਰ ਨਾਟਕ ਜਾਪ ਸਾਹਿਬ ਅਤੇ ਭਗੌਤੀ ਸਾਹਿਬ। ਜਿਹੜੀ ਸਵੈ ਜੀਵਨੀ ਕਿਹੜੀ ਸੀ ਗੁਰੂ ਸਾਹਿਬ ਦੀ? ਉਹ ਸੀਗਾ ਬਚਿੱਤਰ ਨਾਟਕ। ਠੀਕ ਹੈ। ਫਿਰ ਜਫਰਨਾਮਾ ਪੁੱਛਦੇ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ, ਅਤੇ ਇਹਨੂੰ ਜਿੱਤ ਦੀ ਚਿੱਠੀ ਵੀ ਕਿਹਾ ਜਾਂਦਾ। ਅਰਬੀ ਭਾਸ਼ਾ 'ਚ ਲਿਖਿਆ। ਕਿਹਨੂੰ ਲਿਖਿਆ ਸੀ? ਔਰੰਗਜ਼ੇਬ ਨੂੰ। ਕਿਹਦੇ ਦੁਆਰਾ ਪਹੁੰਚਾਇਆ ਗਿਆ ਸੀ? ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਦੁਆਰਾ। ਉਸ ਤੋਂ ਬਾਅਦ ਜਿਹੜਾ 10ਵਾਂ ਗ੍ਰੰਥ ਲਿਖਿਆ ਸੀ ਗੁਰੂ ਸਾਹਿਬ ਨੇ, 18 ਬਾਣੀਆਂ ਦਾ ਸੰਗ੍ਰਹਿ ਸੀਗਾ। ਕਿਹਤੋਂ ਲਿਖਵਾਇਆ ਸੀ? ਉਹਨਾਂ ਨੇ ਭਾਈ ਮਨੀ ਸਿੰਘ ਤੋਂ ਲਿਖਵਾਇਆ ਸੀ, ਤਲਵੰਡੀ ਸਾਬੋ ਵਿਖੇ, ਦਮਦਮਾ ਸਾਹਿਬ ਵਿਖੇ, ਗੁਰਦੁਆਰਾ ਲਿਖਣਸਰ ਸਾਹਿਬ ਵਿਖੇ। ਠੀਕ ਹੈ। ਫਿਰ ਉਹਨਾਂ ਨੇ ਜਿਹੜੀ ਸੰਸਕ੍ਰਿਤ ਭਾਸ਼ਾ ਸੀਗੀ ਉਹ ਪੰਡਿਤ ਹਰਜਸ ਤੋਂ ਸਿੱਖੀ ਸੀ। ਜਿਹੜੀ ਫਾਰਸੀ ਸੀ ਕਾਜੀ ਪੀਰ ਮੁਹੰਮਦ ਤੋਂ। ਗੁਰਮੁਖੀ ਉਹਨਾਂ ਨੇ ਮਤੀ ਦਾਸ ਅਤੇ ਸਾਹਿਬਚੰਦ ਤੋਂ ਸਿੱਖੀ ਸੀ। ਫਿਰ ਜਿਹੜਾ ਆਦਿ ਗ੍ਰੰਥ ਸੀਗਾ ਉਹਨੂੰ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਗਿਆ ਸੀ। ਇਹ ਪੁੱਛਦੇ ਤੁਹਾਨੂੰ ਆਦਿ ਗ੍ਰੰਥ ਨੂੰ ਕਦੋਂ ਦਰਜਾ ਦਿੱਤਾ ਗਿਆ ਸੀ? 1708 ਈਸਵੀ ਦੇ ਵਿੱਚ। ਠੀਕ ਹੈ। ਕਿਹੜੇ ਗੁਰੂਆਂ ਦੇ ਕਿੰਨੇ ਸ਼ਬਦ ਨੇ? ਇਹ ਪੁੱਛ ਲੈਂਦੇ ਨੇ ਤੁਹਾਨੂੰ। ਠੀਕ ਹੈ। ਸਭ ਤੋਂ ਜ਼ਿਆਦਾ ਬਾਣੀ ਸੀਗੀ ਗੁਰੂ ਅਰਜਨ ਦੇਵ ਜੀ ਦੀ ਸੀਗੀ। ਉਸ ਤੋਂ ਬਾਅਦ ਜਿਹੜਾ ਪਾਉਂਟਾ ਸਾਹਿਬ ਦੀ ਸਥਾਪਨਾ ਕਿੱਥੇ ਹੋਈ ਸੀ? ਜਮਨਾ ਨਦੀ 'ਤੇ ਹੋਈ ਸੀਗੀ। ਠੀਕ ਹੈ। ਉਹਦੇ ਵਿੱਚ 52 ਕਵੀ ਸੀਗੇ। ਖਾਲਸਾ ਪੰਥ ਦੀ ਸਾਜਨਾ 30 ਮਾਰਚ 1699 ਨੂੰ ਹੋਈ ਸੀਗੀ। ਠੀਕ ਹੈ। ਕਿਲ੍ਹਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ। 5 ਪਿਆਰਿਆਂ ਦੇ ਨਾਮ ਯਾਦ ਹੋਣੇ ਚਾਹੀਦੇ ਤੁਹਾਨੂੰ।
ਇਹ ਉਹਨਾਂ ਦੀਆਂ ਲੜਾਈਆਂ ਹੋਈਆਂ ਸੀ 1675 ਤੋਂ 1699 ਦੇ ਵਿੱਚ। ਉਹਨੂੰ ਪ੍ਰੀ ਖਾਲਸਾ ਬੈਟਲ ਕਹਿੰਦੇ, ਜਿਹੜੀ ਪੋਸਟ ਖਾਲਸਾ ਬੈਟਲ ਉਹ 1699 ਤੋਂ 1708 ਦੇ ਵਿੱਚ ਆ। ਇੱਕ ਗੁਰਦੁਆਰਾ ਚਰਨ ਕਮਲ ਸਾਹਿਬ ਆ, ਉਹ ਕਿੱਥੇ ਆ? ਮਾਛੀਵਾੜੇ ਦੇ ਜੰਗਲਾਂ ਦੇ ਵਿੱਚ, ਠੀਕ ਹੈ। ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਕੌਣ ਕੌਣ ਸ਼ਹੀਦ ਹੋਇਆ ਸੀ? ਗੁਰੂ ਸਾਹਿਬ ਦੇ 2 ਸਾਹਿਬਜ਼ਾਦੇ ਸੀ ਅਤੇ 3 ਪਿਆਰੇ ਸੀ, ਠੀਕ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਸੀ, ਉੱਥੇ ਉਹ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਾਇਆ ਸੀਗਾ। ਆਨੰਦਪੁਰ ਸਾਹਿਬ ਦੀ ਜਿਹੜੀ ਦੂਜੀ ਲੜਾਈ ਸੀ, ਉਹ 'ਚ 40 ਸਿੱਖਾਂ ਨੇ ਗੁਰੂ ਸਾਹਿਬ ਦਾ ਸਾਥ ਛੱਡਤਾ ਸੀਗਾ, ਅਤੇ ਜਿਹੜੇ ਉਹਨਾਂ ਦੇ ਨੇਤਾ ਸੀਗੇ ਭਾਈ ਮਾਨ ਸਿੰਘ ਸੀਗੇ। ਫਿਰ ਮੁਕਤਸਰ ਆ ਕੇ ਉਹਨਾਂ ਨੇ ਜਿਹੜਾ ਬਦਾਵਾ ਸੀਗਾ ਉਹ ਲਿਖਿਆ ਸੀ ਗੁਰੂ ਸਾਹਿਬ ਨੂੰ, ਅਤੇ ਫਿਰ ਗੁਰੂ ਸਾਹਿਬ ਨੇ ਪਾੜਤਾ ਸੀਗਾ। ਫਿਰ ਉਹਨਾਂ ਨੇ ਮਾਫੀ ਮੰਗ ਲਈ ਸੀ। ਇਹ ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਪੁੱਛ ਲੈਂਦੇ, ਕਿੱਥੇ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ? ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ, ਦਮਦਮਾ ਸਾਹਿਬ ਬਾਰੇ ਖਤਮ ਹੁੰਦਾ। ਹੋਪ ਕਰਦੇ ਹਾਂ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਸਾਡਾ ਜਿਹੜਾ ਨਵਾਂ ਇਨੀਸ਼ੀਏਟਿਵ ਆ ਤੁਹਾਨੂੰ ਪਸੰਦ ਆਇਆ ਹੋਵੇਗਾ। ਇੱਦਾਂ ਹੀ ਆਪਾਂ ਡੇਲੀ ਨੋਟਸ ਲਿਖ ਕੇ ਤੁਹਾਨੂੰ ਤਿਆਰੀ ਕਰਵਾਵਾਂਗੇ, ਠੀਕ ਹੈ। ਸੈਸ਼ਨ ਨੂੰ ਦੱਬ ਕੇ ਸ਼ੇਅਰ ਅਤੇ ਲਾਈਕ ਕਰਦੇ ਰਿਹਾ ਕਰੋ। ਇੱਦਾਂ ਹੀ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਮਟੀਰੀਅਲ ਲੈ ਕੇ ਆਉਂਦੇ ਰਹਾਂਗੇ, ਜਿਹੜਾ ਕਿ ਸਿਰਫ ਇੰਪੋਰਟੈਂਟ ਆ। ਟੋਪਿਕ ਦੇ ਵਿੱਚ ਆਪਾਂ ਫਾਲਤੂ ਚੀਜ਼ ਕੋਈ ਨਹੀਂ ਕਰਨੀ, ਸਿਰਫ ਆਪਾਂ ਇੰਪੋਰਟੈਂਟ ਕੰਟੈਂਟ ਬਾਰੇ ਡਿਸਕਸ ਕਰਨਾ ਹੈਗਾ, ਠੀਕ ਹੈ। ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ। ਥੈਂਕ ਯੂ।